ਜੀ ਅਸਲਾਮ ਵਾਲੇਕੁਮ। ਮੈਂ ਨਜ਼ਰ ਅब्बास ਸਰ ਲੰਡਨ ਤੋਂ। ਅੱਛਾ ਸਰ, ਤੁਸੀਂ ਮੈਨੂੰ ਪਹਿਲੇ ਉਰਦੂ 'ਚ ਬੋਲਦਿਆਂ ਵੇਖਿਆ ਤੇ ਇਹ ਮੈਂ ਛੋਟੀ ਜਿਹੀ ਟਰਾਈ ਕਰਨ ਲੱਗਾ ਹਾਂ ਪੰਜਾਬੀ ਦੇ ਵਿੱਚ। ਹੋਇਆ ਇਸ ਤਰ੍ਹਾਂ ਕਿ ਮੈਂ ਦੋ ਕਿਸੇ ਮੇਰੇ ਦੋਸਤਾਂ ਨਾਲ ਵੀ ਗੱਲਬਾਤ ਹੋ ਰਹੀ ਸੀ, ਉਹ 'ਚ ਹਿੰਦਕੋ ਦੀ ਵੀ ਦਾ ਵੀ ਜ਼ਿਕਰ ਹੋਇਆ, ਉਹਦੇ 'ਚ ਪੰਜਾਬੀ ਦਾ ਵੀ ਜ਼ਿਕਰ ਹੋਇਆ ਤੇ ਐਵੇਂ ਮੈਨੂੰ ਕਿਸੇ ਨੇ ਕਿਹਾ ਵੀ ਤੂੰ, ਮੈਂ ਅਸਲ 'ਚ ਪੁੱਛਿਆ ਕਿ ਮੈਂ ਕਿਹਾ ਟਰਾਈ ਕਰ ਲਵਾਂ, ਉਹਨੇ ਕਦੀ ਕਰ ਲਓ। ਫਿਰ ਹੋਇਆ ਇਸ ਤਰ੍ਹਾਂ ਕਿ ਥੋੜ੍ਹੇ ਦਿਨ ਪਹਿਲੇ ਲੰਡਨ 'ਚ ਪ੍ਰੋਟੈਸਟ ਸੀ ਤੇ ਗਿੱਲ ਸਾਹਿਬ ਆਏ ਸਨ ਲੰਡਨ, ਤੇ ਮੇਰੀ ਉਹਨਾਂ ਨਾਲ ਸਲਾਮ ਦੁਆਈ ਮੁਲਾਕਾਤ ਹੋਈ ਤੇ ਉੱਥੇ ਮੈਂ ਗੱਲੀ ਬਾਤੀ ਪੁੱਛਿਆ, ਮੈਂ ਕਿਹਾ ਭਾਈ ਨੇ ਮੈਨੂੰ ਵੀ ਦੱਸੋ ਕਿ ਮੈਂ ਵੀ ਪੰਜਾਬੀ ਵੀ ਕਰ ਲਿਆ ਕਰ ਵੀ ਤੁਹਾਡੀ ਵੀ ਮੇਰੀ ਹਰ ਪਾਸੇ ਗਿਲ ਗਿਲ ਹੋਈ ਹੈ ਤੇ ਅਸੀਂ ਪੰਜਾਬੀ ਕਰਕੇ ਦੇਖ ਲੈਂਦੇ ਹਾਂ ਕੀ ਬਣਦਾ। ਪਰ ਐਨੀਵੇ ਜੀ, ਇਹ ਤਾਂ ਹਲਕਾ ਜਿਹਾ ਸ਼ੋਲ ਜਿਹਾ ਹੋ ਗਿਆ। ਗੱਲ ਇਸ ਤਰ੍ਹਾਂ ਕਿ ਮੈਨੂੰ ਇਨੀਸ਼ੀਏਟਿਵ ਕਹਿ ਲਓ ਕਿ ਲੋਕਾਂ ਨੇ, ਯਾਰਾਂ ਦੋਸਤਾਂ ਨੇ ਕਿਹਾ ਕਿ ਯਾਰ ਪੰਜਾਬੀ 'ਚ ਵੀ ਇਹ ਇੱਕ ਹੋਣਾ ਚਾਹੀਦਾ। ਮੈਂ ਵੀ ਕਾਫੀ ਦੇਰ ਦਾ ਸੋਚ ਰਿਹਾ ਸੀ ਕਿ ਯਾਰ ਵਾਕਈ ਪੰਜਾਬੀ 'ਚ ਹੋਣਾ ਚਾਹੀਦਾ, ਲੇਕਿਨ ਹੌਸਲਾ ਨਹੀਂ ਸੀ ਪੈਂਦਾ। ਲੇਕਿਨ ਥੋੜ੍ਹਾ ਜਿਹਾ ਗਿੱਲ ਸਾਹਿਬ ਨੇ ਹੌਸਲਾ ਵਧਾ ਤਾ, ਉਹਨੇ ਕਿਹਾ ਜੀ ਬਿਲਕੁਲ ਕਰੋ, ਔਰ ਜਿੰਨੇ ਬੰਦੇ ਬਹੁਤੀ ਹੋਣ ਉਹ ਹੋਣੇ ਚਾਹੀਦੇ ਨੇ, ਇਸ ਫੀਲਡ ਦੇ ਵਿੱਚ ਹੋਣੇ ਚਾਹੀਦੇ ਨੇ। ਪਾਕਿਸਤਾਨ ਤਹਿਰੀਕ ਇਨਸਾਫ ਨੂੰ ਬੰਦੇ ਚਾਹੀਦੇ ਨੇ, ਬਲਕਿ ਪਾਕਿਸਤਾਨ ਨੂੰ ਬੰਦੇ ਚਾਹੀਦੇ ਨੇ। ਗਿੱਲ ਸਾਹਿਬ ਦੇ ਲਫ਼ਜ਼ ਪਾਕਿਸਤਾਨ ਨੂੰ ਵੈਸੇ ਬੰਦੇ ਦੀ ਜ਼ਰੂਰਤ ਹੈ ਕਿ ਜਿਹੜੀ ਆਪਣੀ ਆਵਾਜ਼ ਉਠਾ ਸਕਣ, ਕਿਉਂਕਿ ਆਵਾਜ਼ ਜਿਹੜੀ ਨਾ ਬਹੁਤ ਦਬਾਈ ਗਈ ਸਾਡੀ ਦਬਾਅ ਨੂੰ, ਸਾਡੇ ਜਿਹੜੇ ਸੰਘ ਨੇ ਨਾ, ਉਹਨਾਂ ਸਾਡੀਆਂ ਗਿੱਚੀਆਂ ਉਹਨੂੰ ਫੜ ਕੇ ਸੰਘਾਂ ਦੇ ਉੱਤੇ ਹੱਥ ਰੱਖਿਆ, ਅੰਗੂਠਾ ਰੱਖਿਆ ਕਿ ਬੋਲਣ ਨਾ ਅਤੇ ਗੱਲ ਨਾ ਕਰਨ, ਸੱਚ ਨਾ ਬੋਲਣ, ਅਤੇ ਜੋ ਅਸੀਂ ਕਹੀ ਜਾਈਏ ਉਹੀ ਇੱਕ ਤਰਾਨੇ ਗਾਣ। ਅਤੇ ਸਾਨੂੰ ਤਾਂ ਬੰਦੇ ਚਾਹੀਦੇ ਨੇ, ਸਾਨੂੰ ਤਾਂ ਮਤਲਬ ਬੋਲਣਾ ਚਾਹੀਦਾ। ਔਰ ਇਹ ਬੜਾ ਵੱਡਾ ਇੱਕ ਸਾਡਾ ਸੂਬਾ ਪੰਜਾਬ, ਜਿਹਦੇ ਵਿੱਚ ਗੱਲਬਾਤ ਸੁਣੀ ਜਾਂਦੀ। ਸੋ ਇੱਥੇ ਮੈਂ ਬੈਠਾ ਜੀ ਤੁਹਾਡੇ ਨਾਲ ਪੰਜਾਬੀ 'ਚ ਗੱਲਾਂ, ਬੇਸਿਕਲੀ ਹੈ ਵੀ ਤਾਂ ਮੈਂ ਪੰਜਾਬੀ। ਐਨੀਵੇ, ਗੱਲ ਇਸ ਤਰ੍ਹਾਂ ਸਰ, ਮੈਂ ਅੱਜ ਗੱਲ ਕਰਾਂਗਾ। ਅੱਛਾ, ਇੱਕ ਚੀਜ਼ ਹੋਰ ਮੈਂ ਐਡ ਕਰਦਾ ਜਾਵਾਂ ਕਿ ਤੁਸੀਂ ਜਦੋਂ ਸਾਰਾ ਸੁਣ ਲਓਗੇ, ਦੇਖ ਲਓਗੇ, ਇਹ ਪਲੀਜ਼ ਕਮੈਂਟ ਜ਼ਰੂਰ ਕਰਨਾ। ਅਗਰ ਪੰਜਾਬੀ ਠੀਕ ਲੱਗੀ, ਕੋਈ ਗੱਲਬਾਤ ਗਲਤ ਹੋ ਜਾਏ, ਕੋਈ ਮੈਨੂੰ ਇੱਕ ਦੋਸਤ ਐਸ ਫੜ ਲੈਂਦਾ ਮੇਰਾ, ਉਹ ਕਹਿੰਦਾ ਤੂੰ ਸੋਸ਼ਲ ਨਹੀਂ ਸੋਸ਼ਲ ਕਰਨਾ, ਅਤੇ ਉਹ ਵੀ ਮੇਰਾ ਰੌਲਾ ਹੈ ਮੇਰਾ ਥੋੜ੍ਹਾ ਜਿਹਾ। ਪਰ ਇਹ ਚੀਜ਼ਾਂ ਜਿਹੜੀਆਂ ਨਾ, ਤੋ ਲੈਟਸ ਸੀ ਕੈਸਾ ਚੱਲਦਾ। ਤੁਸੀਂ ਮੈਨੂੰ ਦੱਸਣਾ ਪਲੀਜ਼, ਜਦੋਂ ਤੁਸੀਂ ਮੈਨੂੰ ਦੱਸੋਗੇ ਤੇ ਮੈਂ ਉਹ 'ਤੇ ਅਮਲ ਕਰਾਂਗਾ, ਉਸ ਹਿਸਾਬ ਨਾਲ ਮੈਂ ਚੱਲਾਂਗਾ। ਮੈਂ ਦੇਖਾਂਗਾ ਮੈਨੂੰ ਇੱਕ ਕਿ ਇਹ ਰੌਲਾ ਆਪਣੇ ਗੱਲ ਪਾਉਣਾ ਕਿ ਨਹੀਂ ਪਾਉਣਾ, ਮੈਂ ਗੱਲ ਕਰ ਸਕਦਾ ਜਾਂ ਨਹੀਂ ਕਰ ਸਕਦਾ। ਸੋ ਯੂ ਆਰ ਦ ਗਾਇਜ਼ ਹੂ ਇਜ਼ ਗੋਇੰਗ ਟੂ ਡਿਸਾਈਡ ਦੈਟ। ਐਨੀਵੇ, ਅੱਛਾ ਜੀ, ਦੋ ਚੀਜ਼ਾਂ ਮੈਂ ਗੱਲ ਕਰਨਾ ਚਾਹੁੰਦਾ। ਇੱਕ ਇਹ ਹੈ ਕਿ ਜੀ ਇਹ ਥੋੜ੍ਹੇ ਦਿਨ ਪਹਿਲੇ ਨਵਾਜ਼ ਸ਼ਰੀਫ ਨਾਲ ਜਿਹੜੀ ਕੁੱਤੇ ਵਾਲੀ ਹੋਈ ਹੈ, ਉੱਥੇ ਜੋ ਇਹਨਾਂ ਦਾ ਸਲੂਕ ਹੋਇਆ, ਜੋ ਇਹਨਾਂ ਦਾ ਹਸ਼ਰ ਕੀਤਾ ਗਿਆ ਪਾਕਿਸਤਾਨੀਆਂ ਨੇ ਜੋ ਕੀਤਾ, ਉਹਦੇ 'ਤੇ ਗੱਲ ਕਰਾਂਗਾ। ਦੂਸਰੀ ਮੈਂ ਗੱਲ ਕਰਨਾ ਚਾਹੁੰਦਾ, ਜਿਹੜਾ 24 ਤਰੀਕ ਦਾ ਇਹਤਜਾਜ ਹੈ, ਉਹਦੇ ਵਿੱਚ ਇਹਤਜਾਜ ਸਾਈਮਲਟੇਨੀਅਸਲੀ ਹੋ ਰਿਹਾ, ਯਾਨੀ ਸਾਈਮਲਟੇਨੀਅਸ ਮੁਰਾਦ ਹੈ ਕਿ ਦੋਵਾਂ ਜਗ੍ਹਾ 'ਤੇ ਇੱਕੋ ਦਿਨ ਹੋ ਰਿਹਾ। 24 ਤਰੀਕ ਨੂੰ ਲੰਡਨ 'ਚ ਵੀ ਹੋ ਰਿਹਾ, 24 ਤਰੀਕ ਨੂੰ ਪਾਕਿਸਤਾਨ 'ਚ ਵੀ ਹੋ ਰਿਹਾ। ਲੰਡਨ ਵਾਲਾ ਜਿਹੜਾ ਇਹਤਜਾਜ ਹੈ ਉਹ ਇੱਕ ਦਿਨ ਦਾ ਇਹਤਜਾਜ ਹੈ, ਉਹਦੇ ਕੋਲ ਟਾਰਗੇਟਸ ਏਮ ਸਿਰਫ ਇੰਨੇ ਹੈ ਕਿ ਅਸੀਂ ਸਪੋਰਟ ਕਰ ਰਹੇ ਹਾਂ ਪਾਕਿਸਤਾਨ ਨੂੰ, ਔਰ ਪਾਕਿਸਤਾਨ ਦੀ ਆਵਾਮ ਨੂੰ ਉਹਨਾਂ ਦੱਸਣ ਵਾਸਤੇ ਕਿ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ, ਅਸੀਂ ਤੁਹਾਡੇ ਤੋਂ ਵੱਖਰੇ ਨਹੀਂ, ਅਸੀਂ ਹਰ ਜਗ੍ਹਾ 'ਤੇ ਤੁਹਾਡੇ ਨਾਲ। ਇਹ ਦੱਸਣ ਵਾਸਤੇ ਅਸੀਂ ਉੱਥੇ ਲੰਡਨ 'ਚ ਆ ਰਹੇ ਹਾਂ। ਔਰ ਲੰਡਨ ਦੀ ਹਕੂਮਤ ਨੂੰ ਵੀ ਦੱਸਣ ਦੀ ਜ਼ਰੂਰਤ ਹੈ, ਕਿਉਂਕਿ 10 ਡਾਊਨ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਕਰਾਂਗੇ, ਤਾਂ ਉਹਦਾ ਮਤਲਬ ਇਹ ਪ੍ਰਾਈਮ ਮਿਨਿਸਟਰ ਨੂੰ ਵੀ ਦੱਸਣਾ ਵੀ ਬਹੁ, ਇਹ ਜਿਹੜਾ ਤੂੰ ਰੌਲਾ ਪਾਇਆ ਨਾ ਕਿ ਜੀ ਇਹਦਾ ਤਾਂ ਆਪਣਾ ਅੰਦਰੂਨੀ ਮਾਮਲਾ, ਇਹਨਾਂ ਦਾ ਅੰਦਰੂਨੀ ਮਾਮਲਾ ਨਹੀਂ ਹੈ, ਇਹ ਕਾਕਾ ਤੇਰਾ ਵੀ ਉਨਾ ਹੀ ਮਸਲਾ ਜਿੰਨਾ ਸਾਡਾ ਮਸਲਾ। ਇਹ ਪੂਰੀ ਦੁਨੀਆ ਦਾ ਮਸਲਾ ਹੈ। ਪਾਕਿਸਤਾਨ ਦੇ ਵਿੱਚ ਜਿਹੜੇ ਇਨਸਾਨੀ ਹਕੂਕ ਦੀਆਂ ਖਿਲਾਫ ਵਰਜ਼ੀਆਂ ਹੋਣ ਡੀਆਂ, ਬੰਦਿਆਂ ਨੂੰ ਜੁੱਤੀਆਂ ਪੈਣ ਡੀਆਂ, ਬੰਦੇ ਨੰਗੇ ਕੀਤੇ ਜਾ ਰਹੇ, ਇਹ ਜ਼ਾਤੀ ਅੰਦਰੂਨੀ ਮਸਲਾ ਨਹੀਂ ਹੈਗਾ। ਇਸ ਮਸਲੇ ਦੀ ਵਜ੍ਹਾ ਨਾਲ ਪਾਕਿਸਤਾਨ ਦੇ ਵਿੱਚ ਇੰਤਸ਼ਾਰ ਫੈਲ ਰਿਹਾ, ਲੋਕੀ ਉੱਥੋਂ ਦੌੜਦੇ ਪਏ ਨੇ, ਦੌੜ ਕੇ ਤੁਹਾਡੇ ਬਾਰਡਰਾਂ 'ਤੇ, ਫਿਰ ਤੁਸੀਂ ਇੱਥੇ ਬਹਿ ਕੇ ਪਿੱਟਦੇ ਹੋ ਕਿ ਜੀ ਬਾਹਰੋਂ ਬੰਦੇ ਬਾਰੇ ਆ ਗਏ, ਇਲੀਗਲ ਇਮੀਗ੍ਰੈਂਟਸ ਦਾ ਰੌਲਾ ਪਾ ਲੈਂਦੇ ਨੇ। ਅਤੇ ਉਹਨੂੰ ਪਾਉਣ ਵਾਸਤੇ, ਉਹਨੂੰ ਬਚਾਉਣ ਵਾਸਤੇ ਤੁਸੀਂ ਪਾਕਿਸਤਾਨ ਦੇ ਮਸਲੇ ਨੂੰ, ਸੋ ਸਾਡੀ ਆਵਾਜ਼ ਪ੍ਰਾਈਮ ਮਿਨਿਸਟਰ ਦੇ ਘਰ ਤੱਕ ਵੀ ਜਾਏਗੀ ਇੱਥੇ ਲੰਡਨ ਦੇ ਵਿੱਚ। ਔਰ ਪਾਕਿਸਤਾਨ ਦੇ ਵਿੱਚ ਜਿਹੜੀ ਸੂਰਤ ਹਾਲ ਹੋਏਗੀ ਨਾ, ਪਾਕਿਸਤਾਨ ਦੇ ਵਿੱਚ ਇੱਕ ਆਜ਼ਾਦੀ ਦਾ ਦਿਨ ਹੋਏਗਾ 25 ਤਰੀਕ ਦਾ, 25 ਨਵੰਬਰ ਦਾ, ਤੁਸੀਂ ਲਿਖ ਲਓ, ਇਹ ਹੋਣਾ ਹੀ ਹੋਣਾ, ਕਿਉਂਕਿ ਇਹ ਜਿੱਤ ਹੋਣੀ ਹੈ ਆਵਾਮ ਦੀ, ਪਾਕਿਸਤਾਨ ਦੀ ਆਵਾਮ ਦੀ। ਇਹ 'ਤੇ ਗੱਲ ਕਰਾਂਗਾ। ਪਹਿਲੇ ਮੈਂ ਸਟਾਰਟ ਕਰਨਾ ਸਰ ਜੀ, ਇਹ ਆਪਣਾ ਨਵਾਜ਼ ਸ਼ਰੀਫ ਨਾਲ ਕੀ ਹੋਇਆ। ਅੱਛਾ, ਨਵਾਜ਼ ਸ਼ਰੀਫ ਦੀ ਸਟੋਰੀ ਇਸ ਤਰ੍ਹਾਂ ਜੀ ਕਿ ਨਵਾਜ਼ ਸ਼ਰੀਫ ਦਾ ਗੱਲ ਹੈ ਕਿ ਨਵਾਜ਼ ਸ਼ਰੀਫ ਨੂੰ ਸ਼ਾਇਦ ਜੁੱਤੀਆਂ ਨਾ ਪੈਂਦੀਆਂ। ਨਵਾਜ਼ ਸ਼ਰੀਫ ਨੂੰ ਜੁੱਤੀਆਂ ਪਵਾਈਆਂ ਸਾਰੇ ਜੇ ਬਾਹਰ ਬੰਦੇ ਫਿਰਦੇ ਸੀ ਨਾ, ਜਿਹੜੇ ਵੀਡੀਓ ਬਣਾ ਰਹੇ ਸਨ ਕਿ ਜੀ ਪਾਕਿਸਤਾਨੀ ਡਰ ਗਏ ਹੈ, ਤੋਂ ਬਾਹਰ ਨਹੀਂ ਨਿਕਲਦੇ ਪਏ, ਤਾਂ ਅੰਦਰਾਂ 'ਚ ਵੜ ਗਏ, ਅਤੇ ਪਰਚੇ ਹੋ ਗਏ, ਅਤੇ ਲੋਕੀ ਚੁੱਕ ਕੇ ਲੈ ਗਏ, ਅਤੇ ਇਹਨਾਂ ਸ਼ਾਵਾਂ ਨੇ ਉਹਨੂੰ ਨਵਾਜ਼ ਨੂੰ ਜੁੱਤੀਆਂ ਪਵਾਈਆਂ। ਲੋਕੀ ਸਨ ਬਿਜ਼ੀ ਆਪਣੇ ਆਪਣੇ ਕੰਮਾਂ ਦੇ 'ਚ। ਲੰਡਨ 'ਚ ਇੱਕ ਬੜਾ ਵੱਡਾ ਪ੍ਰੋਟੈਸਟ ਹੋ ਚੁੱਕਾ ਹੋਇਆ ਸੀ। ਹੁਣ ਉਸ ਤੋਂ ਬਾਅਦ ਇੱਕਦਮ ਮੋਬਿਲਾਈਜੇਸ਼ਨ ਲੋਕਾਂ ਦੀ ਕਰਨੀ ਦੂਜੇ ਮੁਲਕਾਂ ਦੀ ਬੜਾ ਮੁਸ਼ਕਲ ਹੁੰਦੀ। ਜਿਹਨਾਂ ਲੋਕਾਂ ਨੂੰ ਪਤਾ ਨਾ, ਸਾਰੇ ਇੱਥੇ ਬੰਦੇ ਆਪਣੇ ਆਪਣੇ ਕੰਮੀ ਹੁੰਦੇ ਨੇ, ਅਤੇ ਕਿਸੇ ਕੋਲ ਮਿੰਟ ਦਾ ਵੇਲ ਨਹੀਂ ਹੁੰਦਾ, ਹਰ ਬੰਦਾ ਵਿਹਲਾ ਨਹੀਂ ਹੈ। ਪਾਕਿਸਤਾਨ ਦੇ ਵਿਹਲੇ ਪੈ ਨੇ ਤਾਂ ਖਾਈ ਜਾਂਦੇ ਨੇ, ਬਾਹਰੋਂ ਆਉਣ ਵਾਲੇ ਪੈਸੇ ਖਾਂਦੇ ਪਏ ਨੇ, ਤੇ ਮੋਜਾਂ ਲੱਗੀਆਂ। ਇੱਥੇ ਐਵੇਂ ਦਾ ਕੁਛ ਸੀਨ ਨਹੀਂ ਜਿਹਾ ਹੈਗਾ। ਇੱਥੇ ਸਵੇਰੇ ਉੱਠਣਾ ਅਤੇ ਰਾਤ ਤੱਕ ਤੁਸੀਂ ਕੰਮੇ ਲੱਗੇ ਹੋ, ਖੋਤੇ ਵਾਂਗੂ ਕੰਮ ਕਰਨਾ ਪੈਂਦਾ, ਫਿਰ ਜਾ ਕੇ ਚਾਰ ਰੋਟੀਆਂ ਲੱਭਦੀਆਂ ਨੇ। ਅਤੇ ਪਾਕਿਸਤਾਨੀ ਆਪਣੇ ਆਪਣੇ ਬਿਜ਼ੀ ਹੋ ਗਏ, ਜਲਸਾ ਕੀਤਾ ਨਾ, ਟਾਈਮ ਕੱਢਿਆ, ਖਾਨ ਸਾਹਿਬ ਵਾਸਤੇ ਟਾਈਮ ਕੱਢਿਆ, ਟਾਈਮ ਕੱਢ ਕੇ ਆਏ, ਇhtਜਾਜ ਕੀਤਾ, ਅਤੇ ਘਰਾਂ ਨੂੰ ਚਲੇ ਗਏ। ਇਹਨਾਂ ਨੇ ਜਨਾਬ ਪਾਲੀ ਖੱਪ ਬਾਹਰ ਕਿ ਜੀ ਉਹ ਤੋਂ ਡਰ ਗਏ, ਪਤਾ ਨਹੀਂ ਕੀ ਹੋ ਗਿਆ। ਉਹ ਹੋਇਆ ਹੈ ਸਾਡੀ, ਉਹ ਇਸ ਗੱਲ ਨੂੰ ਸਾਡੇ ਮੁੰਡੇ ਕਰ ਗਏ ਮਾਈਂਡ, PTI ਦੇ ਜੇ ਨੌਜਵਾਨ ਤਬਕਾ ਕਰ ਗਿਆ ਮਾਈਂਡ। ਇਹਨਾਂ ਨੇ ਫੋਨ ਖੜਾਏ ਕਿ ਜਿੱਦਣ ਦਾ ਵਕੂਆ ਆਇਆ ਉਦੋਂ ਸਵੇਰੇ ਵੀ ਮੈਨੂੰ ਵੀ ਫੋਨ ਆਏ ਇੱਕ ਦੋ ਬੰਦਿਆਂ ਦੇ, ਮੇਰੀ ਵੀ ਗੱਲਬਾਤ ਹੋਈ। ਖੈਰ ਜੀ, ਉਸ ਗੱਲਬਾਤ 'ਚ ਅਸੀਂ ਨਹੀਂ ਜਾਂਦੇ, ਹੋਇਆ ਜੀ ਨਹੀਂ, ਕੋਈ ਬੰਦੇ ਉੱਥੇ ਪਹੁੰਚ ਗਏ। ਬੰਦਿਆਂ ਨੇ ਜਾ ਕੇ ਜਨਾਬ ਉਹ ਜਿਹੜੇ ਨੁਕਰਾਂ ਲੱਭ ਲਈਆਂ, ਨੁਕਰਾਂ 'ਚ ਬਹਿ ਗਏ। ਕਿਸੇ ਨੇ ਉਸ ਹੋਟਲ ਦੇ ਵਿੱਚ, ਹਿਲਟਨ ਦੇ ਵਿੱਚ 2-3 ਜਗ੍ਹਾ 'ਤੇ ਲੋਕਾਂ ਨੇ ਕਾਫੀਆਂ ਮੰਗਾਈਆਂ, ਕਾਫੀਆਂ ਲੈ ਕੇ ਤੇ ਮੁੰਡੇ ਬਹਿ ਗਏ।
ਹੁਣ ਜਦੋਂ ਇਹਨਾਂ ਦੀ ਨਵਾਜ਼ ਸ਼ਰੀਫ ਦੇ ਬੰਦੇ ਜੀ ਫਿਰਦੇ ਵੀ ਉਹਨੂੰ ਦੇਖਿਆ ਯਾਰ ਹੈ ਤੇ ਉਧਰ ਵੀ ਪਾਕਿਸਤਾਨੀ ਬੈਠਾ ਹੈ, ਉਸ ਨੌਕਰੀ ਵੀ ਟੇਬਲ ਤੇ ਇੱਕ ਬੈਠਾ ਹੈ, ਇੱਕ ਪਲੇਟ ਨੁਕਲ ਤੇ ਬੈਠਾ ਹੈ, ਉਹ ਬਾਹਰ ਜਾਣਾ, ਬਾਹਰ ਵੀ ਉਹ ਘੁੰਮਣ ਡਿਆ, ਉਹਨੂੰ ਵਕਤ ਪੈ ਗਿਆ। ਉਹਨਾਂ ਨਵਾਜ਼ ਨੂੰ ਜਾ ਕੇ ਦੱਸਿਆ ਕਿ ਬਹੁਤ ਗੱਲ ਇੱਦਾਂ ਕਿ ਤੂੰ ਹੁਣ ਪੌੜੀਆਂ ਤੋਂ ਨਹੀਂ ਜਾਣਾ, ਹੁਣ ਤੂੰ ਕਿਸੇ ਪਿਛਲੇ ਬੂਹੇ 'ਚ ਨਿਕਲਣਾ। ਤੁਸੀਂ ਹੁਣ ਯਕੀਨ ਕਰੋ ਕਿ ਐਵਨ ਫੀਲਡ ਦੇ ਵਿੱਚੋਂ ਵੀ ਉਹ ਬਾਹਰਲੇ ਮੇਨ ਐਂਟਰੈਂਸ ਤੋਂ ਬਾਹਰ ਨਹੀਂ ਆਇਆ। ਜਦੋਂ ਹਿਲਟਨ ਜਿਹਨਾਂ ਨੇ ਜਾਣਾ ਸੀ, ਉਹ ਪਿਛਲੀ ਪਾਸੋਂ ਉਹਨਾਂ ਨੇ ਕਿਸੇ ਗਵਾਂਢੀ ਦੇ ਕੋਲੋਂ, ਅਪਾਰਟਮੈਂਟ ਨੇ, ਫਲੈਟ ਨੇ, ਉਹਨਾਂ ਕਿਸੇ ਗਵਾਂਢੀ ਕੋਲ ਜਿਹਦਾ ਪਿਛਲੇ ਪਾਸੇ ਬੂਹਾ ਖੁੱਲ੍ਹਦਾ ਸੀ, ਉਹਦੇ ਕੋਲ ਜਾ ਕੇ ਚਾਬੀ ਮੰਗੀ, ਉਹਨੂੰ ਕੋਈ ਮਿੰਤਰਲਾ ਪਾਈ ਕਿ ਸਾਨੂੰ ਪਲੀਜ਼ ਇੱਥੋਂ ਕੱਢਣ ਦਿਓ, ਤੇ ਉੱਥੋਂ ਨਿਕਲੇ। ਫਿਰ ਚਲੇ ਗਏ ਹਿਲਟਨ ਗਏ, ਉੱਥੇ ਫਿਰ ਬੰਦੇ ਬੈਠੇ ਨੁਕਰਾਂ ਮਲ ਕੇ। ਉੱਥੇ ਵੀ ਜਦੋਂ ਨਿਕਲਣ ਲੱਗੇ, ਉੱਥੇ ਵੀ ਉਹਨਾਂ ਨੇ ਕਿਹਾ ਜਨਾਬ ਕਿ ਅਸੀਂ ਕਿਸੇ ਤਰੀਕੇ ਨਾਲ ਨਾ ਪਾਰਕਿੰਗ ਵੱਲੋਂ ਨਿਕਲੇ। ਹੁਣ ਪਾਰਕਿੰਗ ਸੀ, ਹਨੇਰਾ ਸੀ। ਉੱਥੇ ਜਨਾਬ ਇੱਕ ਮੁੰਡਾ ਆਮਰੇ, ਉਹ ਆਪਣਾ ਬੋਰਡ ਲੈ ਕੇ ਵੱਡਾ ਸਾਰਾ ਖਲੋ ਗਿਆ ਉੱਥੇ। ਮਰੀਮ ਦੀ ਨਜ਼ਰ ਪਈ ਤੇ ਮਰੀਮ ਦੀ ਤਰਾਹ ਨਿਕਲ ਗਿਆ। ਉਹਨੇ ਕਿਹਾ ਮੇਰੇ ਅੱਗੇ ਤੇ ਇਮਰਾਨ ਖਾਨ ਦਾ ਫਿਰ ਬੈਜ ਖਲੋਤਾ। ਕਦੀ ਐਨੀ ਲੌਂਗ ਸਟੋਰੀ ਸ਼ਾਰਟ ਹੈ ਜੀ, ਉੱਥੇ ਬੜਾ ਡਰਾਮਾ ਬਣ ਗਿਆ। ਉਹਨਾਂ ਨੇ ਇਹਨਾਂ ਮੁੰਡਿਆਂ ਨੂੰ ਕੁੱਟਿਆ। ਉੱਥੇ ਕੁਝ ਵੀਡੀਓਜ਼ ਹੈ ਜਿੱਤੇ ਕਰ ਰਾਥਾ ਗਈਆਂ ਤੇ ਇਹ ਇੱਥੋਂ ਨਹੀਂ ਜਾਣੇ ਜੀ। ਉਹਨਾਂ ਨੇ ਇਮਰਾਨ ਖਾਨ ਜਿਹੜਾ ਬੋਰਡ ਫੜਿਆ ਸੀ ਉਹਨੂੰ ਭੁੰਨਿਆ ਉਹਨਾਂ ਨੇ, ਮੁੰਡਿਆਂ ਨੂੰ ਧੱਪੇ ਮਾਰੇ ਉਹਨਾਂ ਨੇ, ਗੁਜਰਾ ਇਹਨਾਂ ਨੇ ਚਪੇੜਾਂ ਚਪੂੜਾਂ ਕੋਈ ਇੱਦਾਂ ਦੀ ਕੁਛ ਨੂੰ ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ। ਤੇ ਇਹ ਸਟੋਰੀ ਅੱਛਾ ਹੋਇਆ। ਇਸ ਸਟੋਰੀ ਦਾ ਇਹ ਸੁਣਾਉਣ ਦਾ ਮਕਸਦ ਕੀ ਹੈ? ਮਕਸਦ ਇਹ ਹੈ ਕਿ ਇਹਨਾਂ ਨੇ ਇੱਕ ਐਸਾ ਮਾਹੌਲ ਕ੍ਰੀਏਟ ਕਰ ਰਹੇ ਸੀ ਕਿ ਪਾਕਿਸਤਾਨੀ ਡਰ ਗਏ, ਔਰ ਇਹ ਜਿਹੜਾ ਸਾਡਾ ਪਾਕਿਸਤਾਨ ਦਾ ਇhtਜਾਜ ਹੈ ਇਹਦੇ ਉੱਤੇ ਜਾ ਕੇ ਅਸਰ ਪੈਂਦਾ ਸੀ ਕਿ ਪਾਕਿਸਤਾਨੀ ਚੁੱਪ ਕਰਕੇ ਬਾਹਰ। ਇਹਨਾਂ ਬੱਚਿਆਂ ਨੇ ਇੱਕ ਬੜਾ ਕੰਮ ਕੀਤਾ ਕਿ ਸਾਰਾ ਰਿਵਾਈਵ ਕਰ ਦਿੱਤਾ। ਉਹਨਾਂ ਦੱਸਿਆ ਨਹੀਂ ਇਹ ਚੁੱਪ ਕਰਕੇ ਨਹੀਂ ਬੈਠੇ, ਨਾ ਅਸੀਂ ਡਰੇ ਸੀ, ਜ਼ਰਾ ਵਿਹਲੇ ਜ਼ਰਾ ਕੰਮੇ ਲੱਗੇ ਸੀ। ਤੁਸੀਂ ਜ਼ਲੀਲ ਹੋਣਾ, ਤੁਸੀਂ ਬਿਸਤੀ ਕਰਾਉਣੀ ਤੇ ਅਸੀਂ ਆ ਜਾਂਦੇ ਹਾਂ। ਤੇ ਉਹ ਆ ਗਏ ਉਹਨਾਂ ਸਰ ਅੱਛਾ ਇਸ ਬੁੱਕ ਵਿੱਚ ਦੋ ਚੀਜ਼ਾਂ ਹੋਈਆਂ। ਇੱਕ ਤਾਂ ਚੀਜ਼ ਇਹ ਹੋਈ ਕਿ ਜੀ ਪਾਕਿਸਤਾਨੀ ਜਿਹੜੀ ਕਮਿਊਨਿਟੀ ਸੀ ਉਹਦਾ ਪਤਾ ਲੱਗਿਆ ਡਰ ਡਰ ਕੇ ਕੋਈ ਨਹੀਂ ਬੈਠੇ। ਦੂਜਾ ਹੈ ਕਿ ਇਹਨਾਂ ਦੀ ਬਿਸਤੀ ਹੋਣੀ ਸੀ, ਇਹਨਾਂ ਨੇ ਆਪਣੀ ਬਿਸਤੀ ਕਰਾਉਣੀ ਸੀ, ਇਹਨਾਂ ਨੇ ਆਪਣੀ ਕਰਾ ਲਈ। ਐਵੇਂ ਵੀਡੀਓ ਬਣਾ ਛੱਡੀ ਜਾਂਦੇ ਸਨ ਕਿ ਜੀ ਮੈਂ ਪਾਕਿਸਤਾਨੀ ਆਵਾਮ ਡਰ ਗਈ, ਔਰ ਇਹ ਹੋ ਗਿਆ, ਉਹ ਹੋ ਗਿਆ। ਅੱਛਾ ਇਹ ਤੇ ਕਹਾਣੀ। ਅੱਛਾ ਇੱਕ ਬੜੀ ਇੰਟਰਸਟਿੰਗ ਚੀਜ਼ ਮੈਨੂੰ ਕਿਸੇ ਨੇ ਗੱਲ ਕੀਤੀ, ਉਹ ਗੱਲ ਬੜੀ ਮਜ਼ੇਦਾਰ ਸੀ। ਗੱਲ ਉਹਨੇ ਕਿਹਾ ਜੀ, ਕਹਿੰਦਾ ਜੀ ਪਾਕਿਸਤਾਨ ਤੋਂ ਕੋਈ ਬੰਦਾ ਚੂੜਾ ਵੀ ਆਉਂਦਾ ਨਾ ਤੇ ਐਮਬੈਸੀਡਰ ਉਹਨੂੰ ਆਪਣੀ ਵੱਡੀ ਗੱਡੀ ਦਿੰਦੇ ਨੇ। ਤੇ ख्वाजा आज़म ਨੂੰ ਕਿਸੇ ਨੇ ਗੱਡੀ ਦਿੱਤੀ। ख्वाजा आज़म ਨੂੰ ਗਾਲਾਂ ਨੂੰ ਆਪ ਪਵਾਈਆਂ, ਇਹਨੂੰ ਛੱਡਿਆ ਜਾਂ ਫਿਰ ਘੁੰਮ ਫਿਰ ਤੇ ਉਹਨੂੰ ਗਾਲਾਂ ਆਪ ਪਵਾਈਆਂ। ਅੱਛਾ ਓਵਰਸੀਜ਼ ਪਾਕਿਸਤਾਨ ਵਾਸਤੇ ਵੀ ਇੱਕ ਸਬਕ ਹੈ। ਦੇਖੋ ਜਿਹੜਾ ਅਸੀਂ ਇhtਜਾਜ ਕਰਨੇ, ਅਸੀਂ ਬਾਹਰ ਨਿਕਲੇ, ਅਕਸਰ ਕਹਿੰਦੇ ਕਿ ਇਹਦਾ ਕੀ ਫਾਇਦਾ ਹੁੰਦਾ? ਉਹਦਾ ਸਰ ਇਹ ਫਾਇਦਾ ਹੁੰਦਾ ਹੈ ਕਿ ख्वाजा आज़म ਵਰਗਾ ਬੰਦਾ ਕਹਿ ਰਿਹਾ ਕਿ ਜੀ ਪਾਕਿਸਤਾਨ ਤੇ ਸਾਂਭ ਲਿਆ ਤੇ ਇਹ ਨਹੀਂ ਸਾਂਭੇ ਜਾਂਦੇ, ਇਹ ਬਾਹਰ ਬੈਠੇ ਨੇ ਸਾਡੇ ਕੋਲ ਸਾਂਭੇ ਜਾਂਦੇ। ਤੇ ਇਹ ਹੁੰਦਾ ਤੁਹਾਡੇ ਇhtਜਾਜ ਦਾ, ਇਹ ਤੁਹਾਡੇ ਬਾਹਰ ਨਿਕਲਣ ਦਾ, ਬਾਰ-ਬਾਰ ਗੱਲ ਕਰਨ ਦਾ, ਇhtਜਾਜ ਕਰਨ ਦਾ ਇਹ ਫਾਇਦਾ ਹੁੰਦਾ। ਸ਼ਾਨ ਲਈ ਹੈ ਬੱਚੇ ਜਿਹੜੇ ਆਪਣਾ ਬਾਹਰ ਫਿਰਦੇ ਇਹਨਾਂ ਦਾ ਇਹ ਫਾਇਦਾ ਹੁੰਦਾ ਕਿ ਇਹਨਾਂ ਦੀ ਸਟਰਗਲ ਹੈ। ਇਹਨਾਂ ਨੂੰ ਸਲਾਮ ਹੈ, ਇਹਨਾਂ ਬੱਚਿਆਂ ਨੂੰ, ਸਾਰਿਆਂ ਨੂੰ ਜਿਹੜੇ ਉੱਥੇ ਜਾਂਦੇ ਨੇ, ਜਾ ਕੇ ਪਹੁੰਚਦੇ ਨੇ ਔਰ ਇਹਨਾਂ ਨੂੰ ਜੁੱਤੀਆਂ ਮਾਰਦੇ ਨੇ। ਇਹ ਨੇਕੀ ਦਾ ਕੰਮ ਹੈ। ਅੱਛਾ ਜੀ ਹੁਣ ਆ ਜਾਈਏ ਇਸਲਾਮਾਬਾਦ ਜਲਸੇ ਵੱਲ। ਪਹਿਲੇ ਤਾਂ ਲੰਡਨ ਤੇ ਇਸਲਾਮਾਬਾਦ ਇਕੱਠੇ ਜਲਸਾ ਰੱਖਿਆ ਗਿਆ। ਤੇ ਇਹਦੀ ਜਿਹੜੇ ਪੂਰੇ UK ਨੂੰ ਰਿਕੁਐਸਟ ਹੈ ਕਿ ਸਾਰੇ ਦੇ ਸਾਰੇ ਉੱਥੇ ਪਹੁੰਚਣ, ਸਾਰੇ ਦੇ ਸਾਰੇ ਆਪਣਾ ਹਿੱਸਾ ਲੈਣ। ਜਿਸ ਤਰ੍ਹਾਂ ਪਿਛਲੇ ਜਲਸੇ 'ਚ ਬੇਤਹਾਸ਼ਾ ਲੋਕ ਆਏ ਨੇ, ਹਜ਼ਾਰਾਂ ਦੀ ਤਾਦਾਦ 'ਚ ਲੋਕ ਆਏ ਨੇ, ਇਸ ਤਰ੍ਹਾਂ ਵੀ ਹਜ਼ਾਰਾਂ ਦੀ ਤਾਦਾਦ 'ਚ ਲੋਕ ਆਉਣ। ਇਸ ਜਲਸੇ ਦੀ ਵਿੱਚ ਬਿਹਤਰੀ ਇਹ ਹੈ ਕਿ ਅਸੀਂ ਸਾਊਂਡ ਸਿਸਟਮ ਨੂੰ ਬਹੁਤ ਬਿਹਤਰ ਕੀਤਾ, ਅਸੀਂ ਸਟੇਜ ਨੂੰ ਵੱਡਾ ਕੀਤਾ, ਅਸੀਂ ਉਹਦੀ ਸਿਕਿਉਰਿਟੀ ਵਧਾਈ ਹੈ, ਸਿਕਿਉਰਿਟੀ ਹਾਇਰ ਕੀਤੀ ਹੈ। ਸਿਕਿਉਰਿਟੀ ਜਿਹੜੀ ਉਹ ਬਹੁਤੀ ਹੋਏਗੀ ਇਸ ਦਫਾ। ਸੋ ਅਸੀਂ ਓਵਰਆਲ ਜਿਹੜਾ ਇਸ ਈਵੈਂਟ ਨੂੰ ਵੱਡਿਆਂ ਕਰਨ ਵਾਸਤੇ ਔਰ ਇਹਨੂੰ ਵੱਡੇ ਪੈਮਾਨੇ 'ਤੇ ਬੈਟਰ ਆਰਗੇਨਾਈਜ਼ ਕਰਨ ਵਾਸਤੇ ਅਸੀਂ ਬਿਹਤਰੀਨ ਤਰੀਕੇ ਨਾਲ ਕੰਮ ਕਰ ਰਹੇ ਹਾਂ। ਔਰ ਦੂਸਰੇ ਕੁਝ ਹੋਰ ਬੰਦੇ ਵੀ ਆਪਣੀਆਂ ਉਹਨਾਂ ਨੇ ਇੱਕ ਮਸੀਤਾਂ ਬਣਾਉਣ ਦੀ ਕੋਸ਼ਿਸ਼ ਕਰਨ ਨੇ, ਦੱਸਣ ਦੇ ਵੀ ਇਹ ਜਲਸਾ ਅਸੀਂ ਕਰਾਉਣ ਰਹੇ ਹਾਂ, ਜਲਸਾ ਅਸੀਂ ਕਰਾਉਣ ਰਹੇ ਹਾਂ। ਉਹਨਾਂ ਨੇ ਕੋਈ DJ ਵੀ ਹਾਇਰ ਕਰਨ ਦੀ ਕੋਸ਼ਿਸ਼ ਕਰਨ ਨੇ, ਲੇਕਿਨ ਸਭ ਬਕਵਾਸ ਹੈ। ਓਫੀਸ਼ੀਅਲ ਜਿਹੜਾ ਲੈਟਰ ਹੈ ਉਹਦੇ ਵਿੱਚ 2 ਬੰਦੇ ਜਿਹੜੇ ਨੇ ਉਹਦੀ ਕਮੇਟੀ ਬਣੀ ਹੈ। ਉਸ ਕਮੇਟੀ ਦੇ 2 ਬੰਦੇ ਜਿਹੜੇ ਨੇ ਉਹ ਨੇ PTI ਦੇ ਜਿਹੜੇ ਸਾਬਕਾ ਜਿਹੜੀ ਤਨਜ਼ੀਮ ਸੀ ਉਹਦੇ ਅਹੁਦੇਦਾਰ ਨੇ। ਇੱਕ ਮੈਨੂੰ ਮਸਕੀਨ ਨੂੰ ਉਹਨਾਂ ਨੇ ਵਿੱਚ ਪਾਤਾ ਕਿ ਤੂੰ ਵੀ ਸਾਡੇ ਨਾਲ ਖਲੋ ਜਾ। ਉਹਨਾਂ ਦੀ ਬੜੀ ਮਿਹਰਬਾਨੀ, ਉਹਨੇ ਇੱਜ਼ਤ ਦਿੰਦੇ, ਮੈਨੂੰ ਵੱਡਾ ਭਰਾ ਸਮਝਦੇ ਨੇ, ਮੈਨੂੰ ਇੰਨਾ ਕਿਸ ਮੁਕਾਮ 'ਤੇ ਰੱਖਿਆ ਉਹਨਾਂ ਨੇ ਕਿ ਮੈਨੂੰ ਕਿਹਾ ਵੀ ਤੂੰ ਵੀ ਨਾਲ ਸਾਡੇ ਖਲੋ ਤੇ ਲੰਡਨ ਦਾ ਜਲਸਾ ਕਰਾ। ਤੇ ਲੰਡਨ ਦੀ ਆਰਗੇਨਾਈਜੇਸ਼ਨ ਦੇ ਮੈਨੂੰ ਮੌਕਾ ਮਿਲਦਾ ਪਿਆ। ਇਹ ਮੇਰਾ ਵੱਖਰਾ ਜਿਹਾ ਮੈਨੂੰ ਐਕਸਟਰਾ ਇੱਕ ਜਿਹੜਾ ਨਾ ਉਹ ਮੇਰੇ ਤੇ ਭਾਰ ਪਾਤਾ ਮੇਰੇ ਭਰਾਵਾਂ ਨੇ। ਇਹਨਾਂ ਦੀ ਬੜੀ ਮਿਹਰਬਾਨੀ, ਮੁਹੱਬਤਾਂ ਇਹਨਾਂ ਦੀਆਂ। ਤੇ ਆਈ ਵਿਲ ਟਰਾਈ ਮਾਈ ਬੈਸਟ ਟੂ ਫੁਲਫਿਲ ਦੈਟ। ਮੈਂ ਉਹਦੀ ਕੋਸ਼ਿਸ਼। ਅੱਛਾ ਮੈਨੂੰ ਅੰਗਰੇਜ਼ੀ ਵਿੱਚ ਮੂੰਹ 'ਚੋਂ ਨਿਕਲ ਜੀ, ਮੈਨੂੰ ਸ਼ੋਖਾ ਨਾ ਕਿਤੇ ਸਮਝ ਲਿਆ ਜਾਏ ਪਰ ਅੰਗਰੇਜ਼ੀ ਬਾਰੇ ਮੇਰੇ ਹੱਥ ਬਣ ਗਈ ਇੱਥੇ ਰਹਿ ਕੇ ਨਾ ਤੇ ਇਹ ਹਰਕਤ ਕਰਨ ਦੀ। ਅੱਛਾ ਹੁਣ ਪਾਕਿਸਤਾਨ ਦੀ ਸਰ ਪੋਜੀਸ਼ਨ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੀ ਤਾਰੀਖ ਦਾ ਸਭ ਤੋਂ ਵੱਡਾ ਜਲਸਾ ਹੋਣ ਜਾ ਰਿਹਾ। ਇਹ ਸਾਰੀ ਦੁਨੀਆ ਬਾਹਰ ਨਿਕਲ ਰਹੀ ਹੈ। ਇਹਨੂੰ ਲੋਕੀ ਮਜ਼ਾਕ ਨਾ ਸਮਝੋ, ਇਹਨੂੰ ਕੋਈ ਸ਼ੋਲ ਮੇਲਾ ਨਾ ਸਮਝਿਆ ਜੇ ਵੀ ਇਹ ਹੁਣ ਬਸ ਅੱਗੇ ਨਹੀਂ ਨਿਕਲੇ ਤਾਂ ਹੁਣ ਵੀ ਨਹੀਂ ਨਿਕਲੇ। ਇਹ ਹੁਣ ਵੀ ਬੰਦੇ ਇੱਦਾਂ ਹੀ ਨਿਕਲਣੇ ਆ ਜਿੱਦਾਂ ਕਿ 8 ਫਰਵਰੀ ਨਿਕਲੇ ਸੀ। ਜਿੱਦਾਂ ਲੋਕਾਂ ਨੇ ਜਾ ਕੇ ਲੱਭ ਕੇ ਵੋਟ ਪਾਇਆ ਨਾ, ਐਤਕੀ ਇਹਨਾਂ ਨੇ ਜਾ ਕੇ ਲੱਭ ਕੇ ਲਿੱਤਰ ਮਾਰਨੇ। ਹੁਣ ਪਾਕਿਸਤਾਨ ਦੀ ਹਕੂਮਤ ਨੂੰ ਚਾਹੀਦਾ ਜਿਹੜਾ ਪਾਕਿਸਤਾਨ ਲਾਕਡਾਊਨ ਕਰਨ ਡਿਆ, ਇੱਧਰੋਂ ਹੀ ਬੰਦ ਕਰ ਦਿਓ, ਉੱਧਰੋਂ ਬੰਦ ਕਰ ਦਿਓ, ਉਹਨੂੰ ਕਿਹਨੂੰ ਛੱਡ ਦਿਓ। ਇਮਰਾਨ ਖਾਨ ਕਾਲ ਦਿੰਦਾ ਪੂਰਾ ਪਾਕਿਸਤਾਨ ਬੰਦ ਹੋ ਜਾਂਦਾ, ਉਹਨੂੰ ਬੰਦ ਕਰਨ ਦੀ ਲੋੜ ਹੀ ਨਹੀਂ ਪੈਂਦੀ।
ਸਰ ਇੱਦਾਂ ਸਾਰੇ ਹੁਣ ਨਹੀਂ ਹੋਣੇ। ਹੁਣ ਤੁਹਾਡੇ ਕੋਲ ਜਿਹੜੇ ਨਾ ਇਮਰਾਨ ਖਾਨ ਨੂੰ ਰਿਹਾ ਕੀਤੇ ਬਗੈਰ ਨੈਗੋਸੀਏਸ਼ਨ ਹੋਰ ਕੋਈ ਹੋਣੀ ਨਹੀਂ ਫਰਦਰ। ਮੇਰੀ ਰਾਏ ਇਹ ਹੈ ਕਿ ਪਾਕਿਸਤਾਨ ਦੀ ਤੇ ਜਿਹੜੀ ਇਹ ਤਹਿਰੀਕ ਇਨਸਾਫ ਦੇ ਸੌਰੀ ਹਕੂਮਤੀ ਜਿਹੜੇ ਬੰਦੇ ਆ ਉਹਨਾਂ ਨੂੰ ਕਿ ਭਾਜੀ ਇਮਰਾਨ ਖਾਨ ਨੂੰ ਅੰਦਰ ਰੱਖ ਕੇ ਤੁਸੀਂ ਕੋਈ ਬਾਰਗਨ ਨਹੀਂ ਕਰ ਸਕਦੇ, ਕੁਝ ਅਚੀਵ ਨਹੀਂ ਹੋਣਾ, ਤੁਹਾਡੇ ਕੋਲ ਹੋਣਾ ਕੁਝ ਨਹੀਂ। ਜਿਸ ਬੰਦੇ ਨੇ ਇੰਨਾ ਟਾਈਮ ਕਰਨਾ ਉਹਨੂੰ ਹੋਰ ਵੀ ਕੱਢਣਾ, ਉਹਨੂੰ ਪਤਾ ਮੇਰਾ ਆਖਰੀ ਟਾਈਮ ਹੈ ਜ਼ਿੰਦਗੀ ਦਾ, ਤੇ ਉਹਨੇ ਤੁਹਾਡੇ ਵਾਂਗੂ ਜ਼ਲੀਲ ਨਹੀਂ ਹੋਣਾ, ਭੱਜਣਾ ਉਹਨੇ ਕੋਈ ਨਹੀਂ, ਉਹਨੇ ਅੰਦਰ ਮਰ ਜਾਣਾ ਤੇ ਤੁਹਾਡੇ ਸਿਰ ਚੜ੍ਹ ਜਾਣਾ, ਤੇ ਪਾਕਿਸਤਾਨ ਦਾ ਬਚਣਾ ਕੱਖ ਨਹੀਂ। ਤੇ ਤੁਹਾਡੇ ਲਈ ਬਿਹਤਰ ਇਹ ਹੈ ਕਿ ਉਹਨੂੰ ਖਾਨ ਸਾਹਿਬ ਨੂੰ ਕੱਢੋ ਬਾਹਰ, ਉਹਨਾਂ ਨਾਲ ਬੈਠ ਕੇ ਗੱਲ ਕਰੋ, ਮੈਂਡੇਟ ਜਿਹਦਾ ਹੈ ਉਹਨੂੰ ਦਿਓ, ਔਰ ਜਿਹੜੇ ਫੈਸਲਾ ਸਾਜ਼ ਲੋਕ ਨੇ ਬਹਿ ਕੇ ਸੋਚੋ ਕਿ ਨਵਾਜ਼ ਸ਼ਰੀਫ ਵਰਗਾ ਬਗੈਰਤ ਇਨਸਾਨ ਉਹਨੂੰ ਤੁਸੀਂ ਚੁੱਕੀ ਫਿਰਦੇ ਹੋ। ਉਹ ਮਰੀਮ ਬੀਬੀ, ਉਹਦਾ ਨਾ ਕੋਈ ਸਿਰ ਨਾ ਕੋਈ ਪੈਰ, ਉਹ ਆਪੇ ਦੱਸਣ ਡਈ ਹੈ ਵੀ ਇਹ ਬਿਮਾਰੀ ਪਾਕਿਸਤਾਨ 'ਚ ਹੈ ਨਹੀਂ, ਤੇ ਇਹ ਬਿਮਾਰੀ ਉੱਥੇ ਇੰਗਲੈਂਡ 'ਚ ਹੈ ਨਹੀਂ, ਇਹਦਾ ਇਲਾਜ ਕਿਤੇ ਹੈ ਨਹੀਂ, ਯਾਨੀ ਸਾਰੀ ਦੁਨੀਆ ਦੇ ਝੂਠ ਫੜੇ ਜਾਂਦੇ, ਜੁੱਤੀਆਂ ਇਹਨਾਂ ਨੂੰ ਪੈਂਦੀਆਂ, ਉਹਨਾਂ ਦੀ ਸਪੋਰਟ ਕਰ। ਤੁਹਾਡੀ ਅਕਲ ਤੇ ਮਾਤਮ ਕਰਦੇ ਆ ਭਾਜੀ ਜਿਹੜੇ ਸਪੋਰਟ ਕਰਨ ਡਏ ਨੇ ਨਵਾਜ਼ ਸ਼ਰੀਫ ਨੂੰ। ਤੇ ਇਹ ਜਿਹੜਾ ਫੈਸਲਾ ਜਿਸ ਤੋਂ ਪਹਿਲੇ ਮੈਂ ਤਾਂ ਕਹਿੰਦਾ 24 ਤੋਂ ਪਹਿਲੇ ਫੈਸਲਾ ਕਰੋ ਤੇ ਇਮਰਾਨ ਖਾਨ ਨੂੰ ਬਾਹਰ ਛੱਡੋ, ਤੇ ਜਿਹੜੀ ਗੱਲਬਾਤ ਕਰਨੀ ਉਹਨੂੰ ਬਾਹਰ ਕੱਢ ਕੇ ਕਰੋ। ਇਦਾਂ ਅੰਦਰ ਕਰਕੇ ਹੁਣ ਕਹਾਣੀ ਜਿਹੜੀ ਨਾ ਉਹ ਤਾਂ ਨਹੀਂ ਹੋਣੀ। ਤੇ ਇੱਕ ਮੁਤਾਲਬਾ ਤੇ ਪੂਰਾ ਕਰੋ, ਤੇ ਬਾਕੀ ਮੁਤਾਲਬਾ ਜਿਹੜੇ ਨੇ ਪੀਟੀਆਈ ਦੇ ਉਹ ਫਿਰ ਉਹਦੀ ਤੇ ਨੈਗੋਸੀਏਸ਼ਨ ਹੋ ਸਕਦੀ ਹੈ, ਲੇਕਿਨ ਨਹੀਂ ਹੋਣੀ। ਲੇਕਿਨ ਪਾਕਿਸਤਾਨ ਦੇ ਇੱਕ ਚੀਜ਼ ਇਹ ਰੱਖਣਾ ਸਾਰੇ ਦੇ ਸਾਰੇ ਕਿ ਪਾਕਿਸਤਾਨ ਦੀ ਇੰਨੀ ਦੁਨੀਆ ਬਾਹਰ ਨਿਕਲਣੀ ਹੈ ਕਿ ਰੇ ਰੱਬ ਦਾ ਨਾਂ। ਤੁਸੀਂ ਬਹਿ ਕੇ ਸੋਚੋ ਹੋਇਆ ਕੀ ਹੈ। ਤੇ ਪਾਕਿਸਤਾਨੀ ਐਡੇ ਬਗੈਰਤ ਹੈ ਨਹੀਂ ਜਿੰਨਾ ਤੁਸੀਂ ਇਹਨੂੰ ਬਣਾ ਦਿੱਤਾ। ਤੁਸੀਂ ਉਹਨਾਂ ਦੀ ਰੋਟੀ ਉਹਨਾਂ ਕੋਲ ਲੈ ਲਈ, ਉਹਨਾਂ ਨੂੰ ਜੁੱਤੀਆਂ ਮਾਰ ਲਈਆਂ, ਉਹਨਾਂ ਨੂੰ ਨੰਗਿਆਂ ਕਰ ਲਿਆ, ਉਹਨਾਂ ਨੇ ਕਮੀਨੀ ਜੋ ਤੁਹਾਡਾ ਦਿਲ ਕੀਤਾ ਤੁਸੀਂ ਕਰ ਲਿਆ। ਲੇਕਿਨ ਤੁਸੀਂ VPN ਦੇ ਉੱਤੇ ਵੀ ਹੁਣ ਫਤਵੇ ਲੱਗਣ ਡਏ ਨੇ। ਖੈਰ ਗੱਲ ਬੜੀ ਲੰਮੀ ਹੋ ਜਾਣੀ, ਮੈਂ 10 ਮਿੰਟ ਤੋਂ ਜ਼ਿਆਦਾ ਕਦੀ ਗੱਲ ਨਹੀਂ ਕੀਤੀ। ਇਹ ਪੰਜਾਬੀ ਕਰਕੇ ਮੇਰੀ ਬ੍ਰੇਕਾਂ ਨਹੀਂ ਲੱਗਣ ਡਈਆਂ, ਮੈਂ ਇਹਦੇ ਵਾਸਤੇ ਬੜੀ ਮਾਜ਼ਰਤ ਚਾਹੁੰਦਾ ਤੁਹਾਡੇ ਕੋਲੋਂ। ਤੇ ਮੈਂ ਗੱਲ ਮੁਕਾਉਣਾ ਤੇ ਇੱਕ ਚੀਜ਼ ਮੈਂ ਸਿਰਫ ਜਾਂਦੇ ਇੰਨਾ ਕਹਾਂ ਕਿ ਲੰਦਨ ਵਾਲੇ UK ਵਾਲੇ ਸਾਰੇ ਦੇ ਸਾਰੇ ਲੰਦਨ ਪਹੁੰਚਣ ਤੇ ਸਾਰਾ ਪਾਕਿਸਤਾਨ ਇਸਲਾਮਾਬਾਦ ਪਹੁੰਚਿਆ। ਆਪਣਾ ਬਹੁਤ ਖਿਆਲ ਰੱਖਿਆ ਜੇ ਤੇ ਫੀਡਬੈਕ ਜ਼ਰੂਰ ਦਿਆ ਜੇ। ਆਪਣਾ ਬਹੁਤ ਖਿਆਲ ਰੱਖਿਆ ਜੇ। ਅੱਲਾ ਹਾਫਿਜ਼।